जा तिस पावे ता हुक्म मनावे। इस बेड़े को पार लगावे। इस बेड़े को पार लगावे। कबीर बेड़ा जर्जरा फूटे 6,000 हरुए हरुए तिर गए बूढ़े जिन सिर पार। इस बेड़े को पार लगावे जा तिस पावे ता हुक्म मनावे। इस बेड़े को पार लगावे। आनंद गुणी निदान गुरु गरीब निवार। हुक्म में अंदर सब को बाहर हुक्म न कोई। हुक्म में अंदर सब को बाहर हुक्म न कोई। बाहर हुक्म न कोई। नानक हुक्म जे बुझे। नानक हुक्म जे बुझे। नानक हुक्म जे बुझे तहाँ मैं कहे न कोई। बाहर हुक्म न कोई। बाहर हुक्म न कोई। हुक्म में अंदर सब को। हुक्म में अंदर सब को बाहर हुक्म न कोई। बाहर हुक्म न हुक्मी होवन आकार। हुक्मी होवन आकार। हुक्म ना कहे आ जाए। हुक्मी होवन आकार। हुक्म न कहे आ जाए। हुक्मी होवन जी हुक्म मिले वड्याए। हुक्मी होवन दे हुक्म मिले वड्याए। हुक्म मिले वड्याए। बाहर हुक्म न कोई।
सब को हुक्म अंदर सब को बाहर हुक्म न कोई बाहर हुक्म न कोई। हुक्मी उत्तम नीच हुक्मे हुक्मे हुक्मी उत्तम नीच हुक्मी उत्तम नीच हुक्म लिख दुख सुख पाइए हुक्म लिख दुख सुख पाइए हुक्म लिख दुख सुख पाइए बाहर हुक्म न कोई बाहर हुक्म न कोई बाहर हुक्म न कोई बाहर हुक्म न कोई। हुक्म अंदर सब को हुक्म अंदर सब को बाहर हुक्म न कोई बाहर हुक्म न कोई। हुक्म अंदर सब को हुक्म अंदर सब को हुक्म अंदर सब को हुक्म अंदर सब को बाहर हुक्म न कोई बाहर हुक्म न कोई बाहर हुक्म न कोई बाहर हुक्म न कोई बाहर हुक्म न कोई। एक ना हुक्म बख्शिश एक हुक्म सदा पवाई है। एक ना हुक्म बख्शिश एक हुक्म सदा पवाई एक हुक्मी सदा पवाई बाहर हुक्म न
सब को, हुक्म अंदर सब को, बाहर हुक्म न कोई, बाहर हुक्म न कोई। नानक हुक्म जे बुझै, नानक नानक हुक्म जे बुझै, हुक्म जे नानक हुक्म जे बुझै, नानक हुक्म जे बुझै, हम कहे न कोई, हम बुझे तादर सुझे, ज्ञान में होना कथ कथ लूझे। नानक हुक्म जे बुझे, हम कहे न कोई, नानक हुक्म जे बुझे, नानक हुक्म जे बुझे, हम कहे न कोई, हम कहे न कोई, बाहर कोई, बाहर हुक्म न कोई, बाहर हुक्म न कोई, बाहर हुक्म न हुक्म अंदर सब को, हुक्म अंदर सब को, बाहर हुक्म न कोई, 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 बाहर हुक्म
ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਏ। ਪਾਤਾਲ ਪੁਰੀਆ ਲੋ ਆਕਾਰਾ ਪਾਤਾਲ ਪੁਰੀਆ ਲੋ ਆਕਾਰਾ ਤਿਸ ਵਿੱਚ ਵਰਤੈ ਹੁਕਮ ਕਰਾਰਾ। ਹੁਕਮੈ ਸਾਜੈ ਹੁਕਮੈ ਢਾਹੈ ਹੁਕਮੈ ਮੇਲ ਮਿਲਾਏਂਦਾ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਹੋਏ। ਹੁਕਮੈ ਬੂਝੈ ਸੋ ਹੁਕਮ ਪਛਾਣੈ। ਅਗਮ ਅਗੋਚਰ ਬੇਪਰਵਾਹੇ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਗੁਰ ਕਿਰਪਾ ਤੇ ਹੁਕਮ ਪਛਾਣੈ। ਗੁਰ ਕਿਰਪਾ ਤੇ ਹੁਕਮ ਪਛਾਣੈ। ਗੁਰ ਕਿਰਪਾ ਤੇ ਹੁਕਮ ਪਛਾਣੈ। ਜੁਗੋ ਜੁਗੰਤਰ ਕੀ ਬਿਦ ਜਾਣੈ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਬਾਹਰ ਹੁਕਮ ਨਾ ਕੋਏ। ਕਿਰਪਾ ਕਰੋ ਰਸਨਾ ਪਵਿੱਤਰ ਕਰੋ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਇੰਨੀ ਕੁ ਕਿਰਪਾ ਜ਼ਰੂਰ ਕਰਿਓ ਜੇ ਕਿ ਗੁਰੂ ਦੀ ਗੱਲ ਸੁਣੀਏ ਆਪਾਂ ਆਪਣੀ ਗੱਲ ਨਾ ਕਰੀਏ। ਬਾਹਰ ਬੜਾ ਵਕਤ ਹੁੰਦਾ ਆਪਣੀਆਂ ਗੱਲਾਂ ਕਰਨ ਲਈ। ਸਾਡੇ ਕੋਲ ਖੁੱਲਾ ਟਾਈਮ ਅੱਜ ਕੱਲ੍ਹ ਲਾਕਡਾਊਨ ਹੋਇਆ ਪਿਆ। ਜਿੰਨਾ ਮਰਜ਼ੀ ਕਰ ਲਈਏ ਗੱਲਾਂ ਬਾਹਰ ਜਾ ਕੇ। ਸੁਖੇਮਾ ਕਰਨਾ ਮੈਨੂੰ। ਬਾਬੇ ਨਾਨਕ ਦਾ ਇਹ ਉਪਦੇਸ਼ ਜਪਜੀ ਸਾਹਿਬ ਜਪਜੀ ਸਾਹਿਬ ਜੀ ਦੀ ਦੂਜੀ ਪੌੜੀ, ਜੋ ਕਿ ਆਪ ਜੀ ਅੰਮ੍ਰਿਤ ਵੇਲੇ ਰੂਬਰੂ ਹੁੰਦੇ ਹੋਏ ਇਸ ਬਾਣੀ ਦੇ ਨਾਲ ਹੁਕਮ ਸਾਡੇ ਲਈ ਹੁਕਮ ਹੈ ਕਿ ਜੋ ਮੁੱਖ ਵਾਕ ਅੰਮ੍ਰਿਤ ਵੇਲੇ ਗੁਰੂ ਕੇ ਵਜ਼ੀਰ ਸੁਣਾਉਂਦੇ ਨੇ ਅਤੇ ਬਲੈਕ ਬੋਰਡ ਦੇ ਸਾਹਮਣੇ ਲਿਖ ਵੀ ਦਿੱਤਾ ਜਾਂਦਾ ਹੈ, ਉਹ 24 ਘੰਟੇ ਲਈ ਸਾਡੇ ਵਾਸਤੇ ਗੁਰੂ ਦਾ ਹੁਕਮ ਹੋ ਜਾਂਦਾ ਹੈ। ਘੰਟੇ ਇਸ ਤਰ੍ਹਾਂ ਬਤੀਤ ਕਰਨੇ ਨੇ। ਉਹ ਸਾਡੇ ਲਈ ਹੁਕਮ ਹੈ। ਹੁਣ ਅਸੀਂ ਉਸ ਹੁਕਮ ਨੂੰ ਬਜਾਉਨੇ ਆ, ਉੱਤੇ ਪੂਰੇ ਉਤਰਨੇ ਆ, ਉੱਤੇ ਖਰੇ ਉਤਰਨੇ ਆ ਕਿ ਨਹੀਂ, ਇਹ ਜਾਂ ਸਾਡਾ ਆਪਣਾ ਅੰਦਰ ਜਾਣਦਾ ਤੇ ਜਾਂ ਰੱਬ ਜਾਣਦਾ, ਹੁਕਮ ਵਾਲਾ ਜਾਣਦਾ। ਪਰ ਇਸ ਤੋਂ ਵੱਡੀ ਗੱਲ ਇੱਕ ਹੋਰ ਹੈ, ਜੋ ਤੋਂ ਹੁਕਮ ਲਿਖਿਆ ਹੈ ਕਿ ਸ੍ਰਿਸ਼ਟੀ ਦੀ ਜਿਹੜੀ ਸਾਜਨਾ ਹੈ ਇਹ ਵੀ ਹੁਕਮ ਵਿੱਚ ਹੋਈ ਹੈ, ਜੀਵਾਂ ਦੀ ਰਚਨਾ ਇਹ ਵੀ ਹੁਕਮ ਵਿੱਚ ਹੋਈ ਹੈ, ਸੂਰਜ ਦੀ ਰਚਨਾ, ਚੰਦਰਮਾ ਦੀ ਰਚਨਾ, ਪਹਾੜਾਂ ਦੀ ਰਚਨਾ, ਜਿੰਨੀ ਕਾਇਨਾਤ ਹੈ, ਖੰਡ ਬ੍ਰਹਿਮੰਡ ਨੇ, ਸਾਰੇ ਹੁਕਮ ਵਿੱਚ ਨੇ ਤੇ ਹੁਕਮ ਵਿੱਚ ਚੱਲ ਰਹੇ ਨੇ। ਹਵਾ ਵੀ ਹੁਕਮ ਵਿੱਚ ਚੱਲ ਰਹੀ ਹੈ, ਦਰਿਆ ਵੀ ਹੁਕਮ ਵਿੱਚ ਚੱਲ ਰਹੇ ਨੇ,
ਸੂਰਜ ਚੰਦਰਮਾ ਸਭ ਕੁਝ ਹੁਕਮ ਵਿੱਚ ਚੱਲ ਰਿਹਾ, ਉਸ ਦੇ ਭੈ ਵਿੱਚ ਚੱਲ ਰਹੇ ਨੇ। ਭੈ ਵਿੱਚ ਪਵਨ ਵਹੈ ਸਦਵਾਓ, ਭੈ ਵਿੱਚ ਚੱਲੈ ਲਖ ਦਰਿਆਓ। ਪੂਰਾ ਸਿਸਟਮ ਜੋ ਹੈ ਉਸ ਮਾਲਕ ਦੇ ਭੈ ਵਿੱਚ, ਉਸ ਮਾਲਕ ਦੇ ਹੁਕਮ ਵਿੱਚ ਚੱਲ ਰਿਹਾ। ਕੋਈ ਹੁਕਮ ਅਦੁੱਲੀ ਨਹੀਂ ਕਰਦਾ। ਕਦੀ ਸੁਣਿਆ ਕਿ ਸੂਰਜ ਨੇ ਕਿਸੇ ਦਿਨ ਹੁਕਮ ਅਦੁੱਲੀ ਕੀਤੀ ਹੋਵੇ ਕਿ ਭਾਈ ਮੈਂ ਪੂਰਬ ਵੱਲੋਂ ਅੱਜ ਨਹੀਂ ਚੜ੍ਹਨਾ, ਅੱਜ ਮੈਂ ਪੱਛਮ ਵੱਲੋਂ ਚੜ੍ਹਨਾ ਹੈ? ਕਦੇ ਨਹੀਂ ਕੀਤੀ। ਹਵਾ ਉਸ ਵਾਹਿਗੁਰੂ ਦੇ ਭੈ ਵਿੱਚ ਚੱਲਦੀ ਹੈ, ਪਰ ਅਸੀਂ ਹਵਾ ਨੂੰ ਉਸ ਭੈ ਵਿੱਚੋਂ, ਉਸ ਹੁਕਮ ਵਿੱਚੋਂ ਕੱਢ ਕੇ ਤੇ ਕੂਲਰਾਂ ਤੇ ਪੱਖਿਆਂ ਰਾਹੀਂ ਹੁਕਮ ਚੋਂ ਬਾਹਰ ਕਰਨ ਦੀ ਕੋਸ਼ਿਸ਼ ਕਰਨੇ। ਜਦੋਂ ਕੂਲਰ, ਪੱਖੇ, ਏਸੀਆਂ ਨਹੀਂ ਸਨ, ਉਦੋਂ ਵੀ ਤੇ ਸੰਸਾਰ ਦੇ ਵਿੱਚ ਜੀਵ ਜ਼ਿੰਦਗੀ ਬਤੀਤ ਕਰਦੇ ਸਨ। ਅਸੀਂ ਤੇ ਹਵਾ ਨੂੰ ਵੀ ਉਸ ਮਾਲਕ ਦੇ ਹੁਕਮ ਵਿੱਚੋਂ ਕੱਢ ਕੇ ਆਪਣੇ ਹੁਕਮ ਵਿੱਚ ਲੈ ਲਿਆ। ਅਗਰ ਚੱਲ ਨਹੀਂ ਰਿਹਾ ਕੋਈ ਹੁਕਮ ਵਿੱਚ ਤੇ ਸਿਰਫ ਮਨੁੱਖ ਨਹੀਂ ਚੱਲ ਰਿਹਾ, ਬਾਕੀ ਸਭ ਕੁਝ ਵਾਹਿਗੁਰੂ ਦੇ ਹੁਕਮ ਵਿੱਚ। ਗੁਰਦੇਵ ਬਚਨ ਕਰਦੇ ਨੇ, ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਹੁਕਮ ਤੋਂ ਬਾਹਰ ਕੋਈ ਨਹੀਂ, ਪਰ ਅਸੀਂ ਹੁਕਮ ਤੋਂ ਬਾਹਰ ਨਿਕਲ ਜਾਂਦੇ ਹਾਂ। ਅਸੀਂ ਹੁਕਮ ਤੋਂ ਬਾਹਰ ਨਿਕਲਦੇ ਹਾਂ। ਕਦੋਂ ਨਿਕਲਦੇ ਹਾਂ? ਜਦੋਂ ਅਸੀਂ ਗੁਰੂ ਦੇ ਕਹੇ ਹੋਏ ਬਚਨਾਂ ਤੇ ਨਹੀਂ ਤੁਰਦੇ। ਜਦੋਂ ਅਸੀਂ ਗੁਰੂ ਦੇ ਨਾਲ ਰਿਸ਼ਤਾ ਨਹੀਂ ਗੰਢਦੇ, ਜਦ ਤੱਕ ਗੁਰੂ ਦੇ ਨਾਲ ਅਸੀਂ ਆਪਣਾ ਰਿਸ਼ਤਾ ਕਾਇਮ ਨਹੀਂ ਕਰਦੇ, ਤਦ ਤੱਕ ਅਸੀਂ ਹੁਕਮ 'ਚ ਆਉਂਦੇ ਹੀ ਨਹੀਂ। ਜਦੋਂ ਰਿਸ਼ਤਾ ਕਾਇਮ ਹੋ ਜਾਂਦਾ ਹੈ, ਉਦੋਂ ਅਸੀਂ ਗੁਰੂ ਦੇ ਹੁਕਮ 'ਚ ਆਉਂਦੇ ਹਾਂ। ਤੇ ਗੁਰੂ ਦੇ ਨਾਲ ਰਿਸ਼ਤਾ ਕਾਇਮ ਕਰਨ ਵਾਸਤੇ ਗੁਰਦੇਵ ਨੇ ਬਚਨ ਕੀਤਾ ਕਿ ਭੇਟਾ ਕੀ ਕਰਨਾ ਪਏਗਾ। ਇੱਕ ਧੀ ਪੁੱਤਰ ਦਾ ਰਿਸ਼ਤਾ ਕਰਨ ਲੱਗਿਆ, ਪੁੱਤਰ ਵਾਲਿਆਂ ਦੀਆਂ 100 ਗੱਲਾਂ ਮੰਨਣੀਆਂ ਪੈਂਦੀਆਂ ਨੇ। ਇੰਨੀਆਂ ਮਿਲਦੀਆਂ ਨੇ, ਇੰਨੀਆਂ ਅੰਗੂਠੀਆਂ ਨੇ। ਇਹ ਕਾਰ ਹੈ, ਗੱਡੀ, ਸਾਰਾ ਕੁਝ ਮੰਨਦੇ ਆ। ਪੁੱਤਰ ਵਾਲਿਆਂ ਦੀਆਂ ਸਾਰੀਆਂ ਗੱਲਾਂ ਮੰਨਦੇ ਆ, ਰਿਸ਼ਤਾ ਕਾਇਮ ਹੁੰਦਾ ਹੈ, ਸਿਰੇ ਚੜ੍ਹਦਾ ਹੈ। ਤੇ ਜੇਕਰ ਗੁਰੂ ਦੇ ਨਾਲ ਸਾਨੂੰ ਰਿਸ਼ਤਾ ਬਣਾਉਣਾ ਹੋਵੇ ਤੇ ਕਿੰਨੀਆਂ ਕੁ ਸ਼ਰਤਾਂ ਮੰਨਣੀਆਂ ਪੈਣਗੀਆਂ। ਗੁਰੂ ਕਹਿੰਦਾ ਨਹੀਂ, ਜ਼ਿਆਦਾ ਕੁਝ ਨਹੀਂ, ਇੱਕ ਸ਼ਰਤ ਮੰਨ ਲੈ ਮੇਰੀ। ਕਿਹੜੀ? ਮਨ ਵੇਚੈ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਸੇਵਾ ਕਰਤ ਹੋਏ ਨਿਹਕਾਮੀ। ਨਿਹਕਾਮੀ ਤੋਂ ਭਾਵ ਇਹ ਹੈ ਕਿ ਜਦੋਂ ਤੂੰ ਮੇਰੇ ਦਰ ਤੇ ਆ ਕੇ ਸੇਵਾ ਕਰੇ, ਮੈਨੂੰ ਮਨ ਭੇਟ ਕਰਕੇ ਸੇਵਾ ਕਰੇ, ਤੇ ਤੇਰੀ ਸੇਵਾ ਕਰਨ ਵਾਲੀ ਭਾਵਨਾ ਨਿਸਵਾਰਥੀ ਹੋਣੀ ਚਾਹੀਦੀ ਹੈ, ਸਵਾਰਥੀ ਨਹੀਂ ਹੋਣੀ ਚਾਹੀਦੀ। ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜੀ, ਉਹਨਾਂ ਹੁਕਮ ਮੰਨ ਕੇ ਵਿਖਾਇਆ। ਹੁਕਮ ਮੰਨ ਕੇ ਵਿਖਾਇਆ। ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੈ ਕਾ ਮਹਿਲ ਪਾਏ ਸੀ। ਖਸਮੈ ਭਾਵੈ ਸੋ ਕਰੇ, ਮਨ ਚਿੰਦਿਆ ਸੋ ਫਲ ਪਾਏ ਸੀ। ਤਾਂ ਦਰਗਹਿ ਪੈਦਾ ਜਾਏ ਸੀ। ਗੁਰੂ ਅਮਰਦਾਸ ਜੀ ਨੇ ਹੁਕਮ ਮੰਨ ਕੇ ਵਿਖਾਇਆ। ਗੁਰੂ ਅੰਗਦ ਦੇਵ ਮਹਾਰਾਜ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਬੀਬੀ ਅਮਰੋ ਦੇ ਕੋਲੋਂ ਜਪਜੀ ਸਾਹਿਬ ਜੀ ਦੀ ਬਾਣੀ ਸੁਣ ਕੇ ਜੋ ਰੰਗ ਲੱਗਾ ਨਾ, ਦੇਖੋ ਇੱਥੇ ਵੀ ਜਪਜੀ ਸਾਹਿਬ ਜੀ ਦੀ ਗੱਲ ਆ ਗਈ, ਜੋ ਅੱਜ ਆਪਾਂ ਜਿਸ ਜਪਜੀ ਸਾਹਿਬ ਨਾਲ ਜੁੜੇ ਹਾਂ। ਬੀਬੀ ਅਮਰੋ ਦੇ ਕੋਲੋਂ ਜਪਜੀ ਸਾਹਿਬ ਜੀ ਦਾ ਜਦੋਂ ਪਾਠ ਸੁਣਿਆ 60 ਸਾਲ ਦੀ ਉਮਰ ਦੇ ਵਿੱਚ, ਤੇ ਬਾਣੀ ਦੇ ਹੁਕਮ ਦੇ ਨਾਲ ਜੋੜ ਦਿੱਤਾ। ਬਾਣੀ ਦੇ ਹੁਕਮ ਦੇ ਨਾਲ ਜੋੜ ਦਿੱਤਾ।
ਜਦੋਂ ਮਿਲਣੀ ਹੋਈ ਸੀ ਇਹਨਾਂ ਦੇ ਭਤੀਜੇ ਦੀ, ਉਦੋਂ ਬਾਣੀ ਦਾ ਪਤਾ ਨਹੀਂ ਸੀ। ਉਦੋਂ ਤੇ ਮਿਲਣੀ ਜਿਹੜੀ ਸੀ ਗੁਰੂ ਅੰਗਦ ਦੇਵ ਜੀ ਦੇ ਨਾਲ ਹੋਈ ਸੀ, ਉਦੋਂ ਬਾਣੀ ਦਾ ਪਤਾ ਨਹੀਂ ਲੱਗਾ ਗੁਰੂ ਅਮਰਦਾਸ ਜੀ ਨੂੰ। ਲੱਗਾ ਹੋਏਗਾ ਪਰ ਤਵੱਜੋ ਨਹੀਂ ਦਿੱਤੀ ਹੋਏਗੀ। ਅਸੀਂ ਜਿਸ ਵਸਤੂ ਵੱਲ ਤਵੱਜੋ ਨਹੀਂ ਦਿੰਦੇ ਉਹ ਸਾਡੇ ਲਈ, ਉਹ ਭਾਵੇਂ ਆਪਣੇ ਆਪ ਵਿੱਚ ਸੌਣਾ ਹੋਵੇ ਤੇ ਭਾਵੇਂ ਕੁਝ ਹੈ, ਜੇ ਸਾਡੀਆਂ ਨਜ਼ਰਾਂ ਨੇ ਉਸ ਨੂੰ ਪਛਾਣਿਆ ਨਹੀਂ ਤੇ ਸਾਡੇ ਲਈ ਕੁਝ ਨਹੀਂ। ਤਵੱਜੋ ਨਹੀਂ ਦਿੱਤੀ ਹੋਏਗੀ, ਸੁਣੀ ਜ਼ਰੂਰ ਹੋਏਗੀ, ਪਰ ਜਦੋਂ ਤਵੱਜੋ ਦੇ ਕੇ ਬਾਣੀ ਸੁਣੀ ਤੇ ਕਹਿੰਦੇ ਨੇ ਪੁੱਤਰ ਧੀਏ ਇਹ ਜੋ ਤੂੰ ਸੋਹਲੇ ਗਾ ਰਹੀ ਸੀ ਇਹ ਕਿਸ ਦੇ ਸਨ? ਬੀਬੀ ਅਮਰੋ ਕਹਿੰਦੀ ਹੈ ਇਹ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਹੈ। ਮੈਨੂੰ ਪਿਤਾ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਪਿਤਾ ਸਤਿਗੁਰੂ ਜੀ ਕੋਲੋਂ ਪ੍ਰਾਪਤ ਹੋਈ ਹੈ। ਸਾਧ ਸੰਗਤ ਉਸ ਵੇਲੇ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਵਿੱਚ ਗੁਰੂ ਅਮਰਦਾਸ ਮਹਾਰਾਜ ਪਹੁੰਚ ਗਏ ਤੇ ਜਾ ਕੇ ਮੱਥਾ ਟੇਕਿਆ ਕਿ ਜਿਸ ਤਰ੍ਹਾਂ ਮਨ ਦੇ ਵਿੱਚ ਜੋ ਬਾਣੀ ਕਹਿੰਦੀ ਹੈ ਆ ਗਿਆ ਹੋਵੇ ਖਿਆਲ, ਜੋ ਤੁਕਾਂ ਕਹਿੰਦੀਆਂ ਨੇ ਮੇਲ ਲਿਹੋ ਦਿਆਲ ਢਹਿ ਪਏ ਦਵਾਰਿਆ, ਰੱਖ ਲਿਹੋ ਦੀਨ ਦਿਆਲ ਭਰਮਤ ਬਹੁ ਹਾਰਿਆ, ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਅੱਜ ਹੁਕਮ ਵਿੱਚ ਆ ਗਿਆ, ਮੱਥਾ ਟੇਕਿਆ, ਆਪਣੇ ਮਨ ਦੀ ਬੇਬਲਤਾ ਦੱਸੀ ਕਿ ਅੱਜ ਜੋ ਮੇਰੀ ਨੂੰਹ ਰਾਣੀ ਨੇ, ਬੀਬੀ ਅਮਰੋ ਨੇ, ਸੁਪੁੱਤਰੀ ਨੇ ਜਪਜੀ ਸਾਹਿਬ ਜੀ ਦਾ ਪਾਠ ਸੁਣਾਇਆ ਹੈ, ਉਹ ਬਾਣੀ ਸੁਣ ਕੇ ਸਤਿਗੁਰੂ ਸਿੱਧਾ ਰਸਤਾ ਉਹ ਤੇਰੇ ਘਰ ਆ ਕੇ ਮੁੱਕਦਾ, ਤੇਰੇ ਚਰਨਾਂ 'ਚ ਆ ਕੇ ਮੁੱਕਦਾ। ਉਹ ਗੁਰੂ ਅੰਗਦ ਦੇਵ ਭਾਈ ਲਹਿਣਾ ਜੀ ਨੇ ਵੀ ਇਹੀ ਬਚਨ ਕੀਤਾ ਸੀ ਬਾਬੇ ਨਾਨਕ ਦੇ ਨਾਲ। ਬਾਬਾ ਨਾਨਕ ਜੀ ਕਹਿੰਦੇ ਨੇ ਲਹਿਣਿਆ ਸਾਰੇ ਵਾਪਸ ਚਲੇ ਗਏ ਨੇ, ਤੂੰ ਕਿਉਂ ਨਹੀਂ ਜਾਂਦਾ ਆਪਣੇ ਘਰ? ਸਭ ਆਪੋ ਆਪਣੇ ਘਰੀ ਚਲੇ ਗਏ ਨੇ, ਤੂੰ ਵੀ ਆਪਣੇ ਘਰ ਚਲਾ ਜਾ। ਇੱਕ ਭਾਈ ਲਹਿਣਾ ਜੀ ਨੇ ਜਵਾਬ ਦਿੱਤਾ ਸੀ ਸਤਿਗੁਰੂ ਜਿਨ੍ਹਾਂ ਦੇ ਆਪਣੇ ਘਰ ਹੋਣਗੇ ਉਹ ਚਲੇ ਗਏ ਨੇ, ਸਤਿਗੁਰੂ ਮੇਰਾ ਘਰ ਆਪ ਜੀ ਦੇ ਚਰਨਾਂ ਦੇ ਵਿੱਚ ਹੈ, ਜਿੱਥੇ ਜਿੱਥੇ ਆਪ ਜੀ ਦੇ ਮੁਬਾਰਕ ਚਰਨ ਪੈ ਰਹੇ ਨੇ ਮੇਰਾ ਘਰ ਹੈ, ਮੇਰਾ ਹੋਰ ਕੋਈ ਘਰ ਹੈ ਹੀ ਨਹੀਂ। ਉਹੀ ਰਸਤਾ ਉਸ ਤੇ ਚੱਲ ਕੇ ਅੱਜ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜੀ ਗੁਰੂ ਅੰਗਦ ਦੇਵ ਜੀ ਦੇ ਚਰਨਾਂ 'ਚ ਪਹੁੰਚੇ, ਆਪਣੇ ਮਨ ਦੀ ਬੇਬਲਤਾ ਦੱਸੀ। ਸਤਿਗੁਰੂ ਕੀ ਬੇਬਲਤਾ ਸੀ? ਅਜੇ ਗੁਰੂ ਧਾਰਨ ਨਹੀਂ ਸੀ ਕੀਤਾ, ਤੇ ਗੁਰੂ ਜਿਨ੍ਹਾਂ ਨੇ ਧਾਰਨ ਨਹੀਂ ਕੀਤਾ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ ਹੈ ਗੁਰਮੰਤਰਹੀਣਸ੍ਯ ਜੋ ਪ੍ਰਾਣੀ ਤ੍ਰਿਗੰਤ ਜਨਮੰ ਭ੍ਰਸ਼ਟਣੈ, ਕੂਕਰੈ ਸੂਕਰੈ ਗਰਤ ਬੈ ਕਾਕੈ ਸਰਪਣੈ ਤੁਲਖਲੈ। ਉਹ ਮਨੁੱਖ ਹੁੰਦੇ ਹੋਏ ਵੀ ਇਹਨਾਂ ਪਸ਼ੂਆਂ ਦੀ ਨਿਆਈ ਨੇ, ਜੋ ਮਨੁੱਖ ਹੋ ਕੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਨਹੀਂ ਪਰਸਦੇ, ਬਾਣੀ ਦੇ ਨਾਲ ਨਹੀਂ ਜੁੜਦੇ, ਸ਼ਬਦ ਗੁਰੂ ਦੇ ਨਾਲ ਨਹੀਂ ਜੁੜਦੇ, ਸ਼ਬਦ ਗੁਰੂ ਦੇ ਚਰਨਾਂ ਦੇ ਵਿੱਚ ਨਹੀਂ ਜੁੜਦੇ, ਉਹ ਮਨੁੱਖ ਹੁੰਦਿਆਂ ਹੋਇਆ ਵੀ ਉਹਨਾਂ ਪਸ਼ੂਆਂ ਤੇ ਜਾਨਵਰਾਂ ਦੀ ਤਰ੍ਹਾਂ ਨੇ। ਆ ਗਏ, ਮੱਥਾ ਟੇਕਿਆ, ਆਪਣੇ ਮਨ ਦੀ ਬੇਬਲਤਾ ਗੁਰੂ ਨੇ ਪੜ ਲਈ। ਗੁਰੂ ਅਮਰਦਾਸ ਜੀ ਦੇ ਮਨ ਦੀ ਬੇਬਲਤਾ ਗੁਰੂ ਅੰਗਦ ਦੇਵ ਮਹਾਰਾਜ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਹੁਣ ਗਾਗਰ ਚੁੱਕ ਲਈ, ਸੇਵਾ ਲੱਗ ਗਈ। ਸੇਵਾ ਕਰਤ ਹੋਏ ਨਿਹਕਾਮੀ, ਸੁਣਿਓ ਜਰਾ, ਨਿਹਕਾਮੀ ਨਿਸਵਾਰਥੀ। ਇੱਥੇ ਸੇਵਾ ਕਰਨ ਤੋਂ ਪਹਿਲਾਂ ਇਹ ਅਰਦਾਸ ਨਹੀਂ ਕੀਤੀ ਕਿ ਮਾਲਕ ਮੈਂ ਸੇਵਾ ਕਰਨ ਲੱਗਾ ਇੱਥੇ ਜਲਦੀ ਤੇਰੇ ਦਰ ਤੇ, ਹੁਣ ਤੂੰ ਕਿਰਪਾ ਕਰ ਮੈਨੂੰ ਰਾਜ ਭਾਗ, ਮੈਨੂੰ ਹੁਕਮਰਾਨ ਬਣਾ ਦੇ, ਧਨਵਾਨ ਬਣਾ ਦੇ। ਸੇਵਾ ਕਰਤ ਹੋਏ ਨਿਹਕਾਮੀ ਨਿਸਵਾਰਥੀ ਭਾਵਨਾ ਦੀ ਸੇਵਾ ਆਰੰਭ ਕੀਤੀ ਤੇ ਅਰਦਾਸ
ਕੀਤੀ ਕਿ हे ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ, ਮੇਰੇ ਮਾਲਕ, ਮੇਰੇ ਸਰਪ੍ਰਸਤ, ਮੇਰੇ ਗੁਰਦੇਵ, ਕਿਰਪਾ ਕਰਿਓ ਜੇ ਇਹ ਜੋ ਸੇਵਾ ਤੁਸੀਂ ਬਖਸ਼ਿਸ਼ ਕੀਤੀ ਹੈ, ਇਹ ਸੇਵਾ ਕਰਨ ਦਾ ਬਲ, ਇਹ ਸੇਵਾ ਕਰਨ ਦੀ ਮਨ ਦੇ ਵਿੱਚ ਉਹ ਮਤ ਪੈਦਾ ਕਰ ਦਿਓ ਕਿ ਕਿਸੇ ਵੀ ਦਿਨ ਸੇਵਾ ਕਰਦਿਆਂ ਹੋਇਆ ਹੁਕਮ ਅਦੁੱਲੀ ਨਾ ਹੋ ਸਕੇ, ਤੇਰੇ ਹੁਕਮ ਵਿੱਚ ਸੇਵਾ। 12 ਸਾਲ ਹੋ ਗਏ, ਬਿਲਾ ਲਾਗਾ, 72 ਸਾਲ ਉਮਰ ਹੋ ਗਈ। ਦੇਖੋ ਹੁਕਮ ਵਿੱਚ ਜਿਸ ਦਿਨ ਆਏ ਨਾ, ਪਹਿਲਾ ਜਿਹੜਾ ਹੁਕਮ ਤੋਂ ਪਹਿਲਾਂ ਜੀਵਨ ਸੀ ਉਹ ਵਿਅਰਥ ਹੈ। ਅੱਜ ਜਦੋਂ ਹੁਕਮ ਚ ਆ ਗਏ 12 ਸਾਲ ਇੱਕ ਰਸ ਇੱਕ ਟੱਕ ਜਲ ਦੀ ਸੇਵਾ ਕਰਦੇ ਨੇ, ਇਸ਼ਨਾਨ ਕਰਵਾਉਂਦੇ ਨੇ। 12 ਸਾਲ ਹੋ ਗਏ, ਸਰੀਰ ਬਿਲਕੁਲ ਬੁੱਢਾ ਹੋ ਗਿਆ, ਆ ਰਹੇ ਨੇ ਮੂੰਹ ਹਨੇਰੇ, ਪੈਰ ਤਿਲਕਿਆ, ਖੜਾਕ ਹੋਇਆ, ਰਸਤਾ ਗਿੱਲਾ ਸੀ, ਪੈਰ ਤਿਲਕਿਆ, ਖੜਾਕ ਹੋਇਆ। ਜੁਲਾਹਾ ਤੇ ਜੁਲਾਹੀ ਦਾ ਘਰ ਸੀ। 12 ਸਾਲ ਤੋਂ ਲਗਾਤਾਰ ਇਸ ਰਸਤੇ ਤੋਂ ਨਿਕਲ ਰਹੇ ਸਨ ਤੇ ਇਸ ਰਸਤੇ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਦੇ ਘਰ ਸਨ ਸਭ ਜਾਣੂ ਹੋ ਗਏ ਸਨ। ਖੜਾਕ ਹੋਇਆ, ਨੀਂਦ ਟੁੱਟੀ, ਗ੍ਰਸਤੀਆਂ ਦੀ, ਜੁਲਾਹੇ ਦੀ ਤੇ ਜੁਲਾਹੀ ਦੀ। ਤੇ ਜੁਲਾਹਾ ਪੁੱਛਿਆ, ਭਲੀਏ ਕਾਹਦਾ ਖੜਾਕ ਹੋਇਆ? ਤੇ ਜੁਲਾਹੀ ਦੇ ਰਸਨਾ ਤੋਂ ਨਿਕਲ ਗਿਆ, ਹੋਣਾ ਹੈ ਅਮਰੂ ਨਿਖਾਵਾ, ਹੋਣਾ ਹੈ ਅਮਰੂ ਨਿਖਾਵਾ। ਕਮਾਲ ਦੀ ਗੱਲ ਹੈ। ਤੇ ਕੰਨਾਂ 'ਚ ਗੱਲ ਪੈ ਗਈ ਜੁਲਾਹੀ ਦੀ। ਗੁਰੂ ਅਮਰਦਾਸ ਜੀ ਦੇ ਬੁੱਢਾ ਸਰੀਰ ਹੈ, ਦੇਖੀ ਹੋਵੇਗੀ ਤਸਵੀਰ, ਐਸਾ ਹੀ ਹੋਇਆ ਹੋਵੇਗਾ ਕਿ ਇੱਕ ਹੱਥ ਥੱਲੇ ਟੇਕਿਆ ਹੋਇਆ, ਮੋਢੇ ਤੇ ਗਾਗਰ ਹੈ, ਗਾਗਰ ਵਿੱਚੋਂ ਜਲ ਛਲਕਣ ਨਹੀਂ ਦਿੱਤਾ ਕਿਉਂਕਿ ਹੁਕਮ ਅਦੁੱਲੀ ਹੋ ਜਾਣੀ ਸੀ। ਇੰਨਾ ਹੁਕਮ ਬਜਾਇਆ ਗੁਰੂ ਨੇ, ਗੁਰੂ ਅਮਰਦਾਸ ਜੀ ਨੇ। ਤੇ ਮੁਸਕਰਾ ਕੇ ਕਹਿੰਦੇ ਨੇ, ਕੰਨਾਂ 'ਚ ਪੈ ਗਈ ਨਾ ਕਿ ਹੁਣ ਅਮਰੂ ਨਿਖਾਵਾ, ਸੁਣ ਲਿਆ। ਤੇ ਕਹਿੰਦੇ ਨੇ, ਝੱਲੀਏ ਸੀ ਮੈਂ ਕਦੀ ਨਿਖਾਵਾ, ਅੱਜ ਤੇ ਮੈਂ ਥਾਂ ਵਾਲਾ ਹੋ ਗਿਆ। ਸੀ ਮੈਂ ਕਦੀ ਨਿਖਾਵਾ, ਅੱਜ ਤੇ ਮੈਂ ਥਾਂ ਵਾਲਾ ਹੋ ਗਿਆ। ਜਿਸ ਇਹ ਲਫ਼ਜ਼ ਨਿਕਲੇ, ਸ਼ਬਦ ਨਿਕਲੇ ਕਿ ਝੱਲੀਏ, ਜੁਲਾਹੀ ਝੱਲੀ ਹੋ ਗਈ, ਝੱਲੀ ਹੋ ਗਈ। ਗਾਗਰ ਲੈ ਕੇ ਪਹੁੰਚੇ, ਰੱਖ ਦਿੱਤੀ। ਤੇ ਇੰਤਜ਼ਾਰ ਕਰਨ ਲੱਗੇ ਕਿ ਕਦੋਂ ਮੇਰੇ ਸਰਪ੍ਰਸਤ, ਮੇਰੇ ਗੁਰੂ, ਮੇਰੇ ਮਾਲਕ ਆਉਂਦੇ ਨੇ ਤੇ ਮੈਂ ਇਸ਼ਨਾਨ ਕਰਾਵਾਂ। ਤਦ ਤੱਕ ਝੂਠੇ ਬਰਤਨ ਸਾਫ਼ ਕਰਨ ਲੱਗ ਗਏ। ਸੁਣਿਓ ਜਰਾ, ਤਦ ਤੱਕ ਝੂਠੇ ਬਰਤਨ ਸਾਫ਼ ਕਰਨ ਲੱਗ ਗਏ। ਉਧਰ ਜੁਲਾਹਾ ਤੇ ਜੁਲਾਹੀ ਉਹ ਦੋਵੇਂ ਦਰਬਾਰ ਵਿੱਚ ਪਹੁੰਚ ਗਏ ਗੁਰੂ ਅੰਗਦ ਦੇਵ ਜੀ ਦੇ। ਤੇ ਜੁਲਾਹੀ ਵੱਲੀਆਂ ਕਵੱਲੀਆਂ ਗੱਲਾਂ ਕਰੀ ਜਾ ਰਹੀ ਹੈ, ਝਲਕ ਉਡਾ ਰਹੀ ਹੈ। ਤੇ ਆ ਕੇ ਕਹਿੰਦੇ ਨੇ ਕਿ ਗੁਰੂ ਅੰਗਦ ਦੇਵ ਜੀ, ਤੁਹਾਡਾ ਉਹ ਭਗਤ ਹੈ ਜੋ ਰੋਜ਼ ਜਲ ਲੈ ਕੇ ਆਉਂਦਾ ਹੈ, ਅੱਜ ਉਸਨੇ ਪਤਾ ਨਹੀਂ ਕੀ ਬਚਨ ਕੀਤਾ ਤੇ ਇਹ ਝੱਲੀ ਹੋ ਗਈ ਹੈ, ਇਹ ਝੱਲੀ ਹੋ ਗਈ। ਕਿਰਪਾ ਕਰੋ, ਇਹਦੇ ਉੱਤੇ ਰਹਿਮਤ ਕਰੋ, ਇਹਦਾ ਝੱਲ ਦੂਰ ਕਰੋ, ਇਹਦਾ ਰੋਗ ਦੂਰ ਕਰੋ। ਗੁਰੂ ਅੰਗਦ ਦੇਵ ਜੀ ਕਹਿੰਦੇ ਨੇ, ਭਾਈ ਇਹਦਾ ਰੋਗ ਦੂਰ ਮੈਂ ਨਹੀਂ ਕਰ ਸਕਦਾ, ਜਿਹਨੇ ਬਚਨ ਕੀਤਾ ਉਹ ਹੀ ਕਰ ਸਕਦਾ, ਇਹਦਾ ਝੱਲ ਮੈਂ ਨਹੀਂ ਠੀਕ ਕਰ ਸਕਦਾ। ਬਰਤਨ ਸਾਫ਼ ਕਰ ਰਹੇ ਨੇ, ਬੁਲਾਇਆ ਗਿਆ, ਬੁਲਾਇਆ ਗਿਆ ਤੇ ਕਹਿੰਦੇ ਨੇ, ਆਏ ਆ ਕੇ ਮੱਥਾ ਟੇਕੇ ਆਪਣੇ ਰਾਹਬਰ ਨੂੰ, ਆਪਣੇ ਗੁਰੂ ਨੂੰ।
ਤੇ ਕਹਿੰਦੇ ਨੇ ਮੇਰੇ ਸਰਪ੍ਰਸਤ, ਮੇਰੇ ਮਾਲਕ, ਮੇਰੇ ਗੁਰੂ ਦੇਵ, ਬੈਠੋ ਚੌਂਕੀ ਤੇ ਇਸ਼ਨਾਨ ਕਰ ਲਓ, ਸੇਵਾ ਬਖਸ਼ੋ। ਤੇ ਕਹਿੰਦੇ ਨੇ ਅਮਰਦਾਸ ਜਿਹੜਾ ਬਚਨ ਕੀਤਾ ਨਾ, ਤੂੰ ਅੱਜ ਪਹਿਲਾਂ ਇਹਨੂੰ ਝੱਲੀ ਨੂੰ ਤੇ ਠੀਕ ਕਰ ਦੇ। ਤੇ ਹੱਥ ਜੋੜ ਕੇ ਕਹਿੰਦੇ ਨੇ ਵਾਹਿਗੁਰੂ ਮੇਰੇ ਮਾਲਕ, ਮੇਰੇ ਸਰਪ੍ਰਸਤ, ਉਹ ਮੈਂ ਤੇ ਤੇਰੇ ਦਰ ਦਾ ਚਾਕਰ, ਸੇਵਾਦਾਰ, ਟਹਿਲੀਆ, ਤੇਰੇ ਦਰ ਦਾ ਨੌਕਰ। ਮਾਲਕ ਜੀ ਮੇਰੇ ਵਿੱਚ ਇਹ ਤਾਬ ਨਹੀਂ ਕਿ ਮੈਂ ਇਹਨੂੰ ਠੀਕ ਕਰ ਦਿਆਂ, ਕਿਰਪਾ ਕਰੋ ਇਹਨੂੰ ਠੀਕ ਕਰੋ। ਗੁਰੂ ਅੰਗਦ ਦੇਵ ਜੀ ਕਹਿੰਦੇ ਨੇ ਨਹੀਂ, ਇਸ ਨੂੰ ਤੂੰ ਹੀ ਠੀਕ ਕਰਨਾ ਹੈ। ਗੁਰਦੇਵ ਇਸ਼ਨਾਨ ਕਰੋ ਤੇ ਇਸ ਨੂੰ, ਇਹਦਾ ਝੱਲ ਦੂਰ ਕਰੋ, ਇਹਦਾ ਰੋਗ ਕੱਟ ਦਿਓ। ਗੁਰੂ ਅੰਗਦ ਦੇਵ ਜੀ ਕਹਿੰਦੇ ਨੇ ਨਹੀਂ ਪੁਰਖਾ, ਅੱਜ ਇਸ਼ਨਾਨ ਅਸੀਂ ਨਹੀਂ ਕਰਨਾ, ਅੱਜ ਇਸ਼ਨਾਨ ਤੈਨੂੰ ਕਰਵਾਉਣਾ। ਬੈਠ ਚੌਕੀ ਤੇ ਇਸ਼ਨਾਨ ਕਰਵਾਈਏ ਤੈਨੂੰ। ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜੀ ਨੇ ਆਪਣੇ ਆਪ ਨੂੰ ਹਿਲਾਇਆ ਜੁਲਾਇਆ ਕਿ ਮੈਂ ਜੋ ਸੁਣ ਰਿਹਾ ਇਹ ਕਿਤੇ ਸੁਣਾ ਤੇ ਨਹੀਂ ਕਿ ਮੇਰਾ ਗੁਰੂ ਮੈਨੂੰ ਕਹਿ ਰਿਹਾ ਇਸ਼ਨਾਨ ਤੁਹਾਨੂੰ ਅੱਜ ਅਸੀਂ ਕਰਵਾਉਣਾ ਹੈ। ਦੂਜੀ ਵਾਰੀ ਫੇਰ ਕਿਹਾ ਬੈਠੋ ਚੌਕੀ ਤੇ ਇਸ਼ਨਾਨ ਕਰਵਾਈਏ। ਤੀਜੀ ਵਾਰੀ ਫੇਰ ਕਿਹਾ ਗੁਰੂ ਦਾ ਬਚਨ ਮੋੜ ਵੀ ਨਹੀਂ ਸਕਦੇ ਤੇ ਚੌਕੀ ਤੇ ਬੈਠਣ ਦੀ ਹਿੰਮਤ ਵੀ ਨਹੀਂ ਜੁਟਾ ਪਾ। ਪਰ ਗੁਰੂ ਦਾ ਬਚਨ ਮੰਨਣਾ ਪਿਆ। बैठ गए चौकी ते इशनान गुरु अंगद देव महाराज पातशाह जी ने करवाया। ते किसी अदीब ने बड़ा खूबसूरत उस वक्त लिखिया कि गुरु अंगद देव जी ने परिक्रमा कीतियां गुरु अमरदास जी दियां, परिक्रमा कीतियां ते बचन कीते। किसी अदीब ने बड़ा खूबसूरत लिखिया अंगद गुरु ने अमरदास दियां कीतियां पर दखना ते आख्या ले सेवका मैं कोल कुछ नहीं रखना। ऐ अमरदास गुरु मैं तेरी परिक्रमा कर रहा, मैं अपने कोल कुछ नहीं रखना। जो धन गुरु नानक पातशाह जी ने मैनू दिता सी, मेरी झोली च पाया सी, वो मैं सारा ही अज तेरे हवाले कर देना है। निमाणियां दे मान गुरु अमरदास, निताणियां दे ताण गुरु अमरदास, न्योटियां दी ओट, न्यासरियां दे न्यासरे, निगत्तियां दी गत, निपत्तियां दी पत, निधेरियां दी तिर, निथावियां दी थां। जो कुछ गुरु नानक पातशाह जी ने बख्शिश कीती सी सारी गुरु अमरदास पातशाह जी ने शीश ते रख दित्ती। ने अमरदास दियां कीतियां पर दखना ते आख्या ले सेवका मैं कोल कुछ नहीं रखना। सेवा दे आओ पुतलिया सेवा च ऐसा पै गया, पुत्र भी खाली रह गए, गुरदात अज तू लै गया। अपने पुत्रां दातू जी ते दासू जी नूं गुरियाई नहीं दित्ती, अपने घर दे टहलीए दी झोली च पा दित्ती गुरु नानक दी जोत। हुक्म च आ गए, जदों हुक्म च आ गए ते जिंदगी दी एक तरतीब विच आ गई। जीवन का एक सिद्धांत बन गया। ते गुरुदेव बचन कर रहे ने हुक्म अंदर सब को बाहर हुक्म ना कोय, नानक हुक्म जे बुझे ता हउमै कहे ना कोय। हउमै खत्म होवेगी ते ता हुक्म विच आवांगे ना। रिश्ता गुरु दे नाल बंधना है, जोड़ना है ते मन भेंट करना पएगा। अब हम चली ठाकुर पहार, जब हम शरण प्रभु की आई, राख प्रभु भावे मार। लोगन की चतराई उपमा ते बै संतर जार। दुनिया जो मर्जी कहे मैं उन्हां दियां गल्लां नूं अग विच जला दिता है। मैं सिर्फ अगर बचन मनना ते गुरु दा मनना, हुक्म मनना है ते गुरु दा मनना है। लोगन की चतराई उपमा ते बै संतर जार। कोई भला कहो भावे बुरा कहो, हम तन दो है। ये है रिश्ता गुरु दे नाल।
ਗੁਰੂ ਦੇ ਨਾਲ ਰਿਸ਼ਤਾ ਜੋੜਦਾ। ਤੇ ਜਦੋਂ ਗੁਰੂ ਦੇ ਨਾਲ ਰਿਸ਼ਤਾ ਜੋੜਦਾ ਹੈ ਨਾ, ਇਹ ਲੋਕ ਤੇ ਸੁਹੇਲਾ ਹੁੰਦਾ ਹੈ, ਪਰ ਸੁਹੇਲਾ ਹੋ ਜਾਂਦਾ, ਪਰਲੋਕ ਵੀ ਸੁਹੇਲਾ ਹੋ ਜਾਂਦਾ। ਤੇ ਗੁਰਦੇਵ ਬਚਨ ਕਰ ਰਹੇ ਨੇ ਕਿ ਜੋ ਸਿਸਟਮ ਉਸ ਅਕਾਲ ਪੁਰਖ ਵਾਹਿਗੁਰੂ ਨੇ ਹੁਕਮ ਦੇ ਰੂਪ ਵਿੱਚ ਸਾਡੇ ਸਾਹਮਣੇ ਰੱਖਿਆ ਹੈ, ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਹੁਕਮ ਕਹਿਣ ਵਿੱਚ ਨਹੀਂ ਆਉਂਦਾ। ਕਿਸੇ ਨੇ ਹੁਕਮ ਨੂੰ ਦੇਖਿਆ, ਆਪਣੀਆਂ ਨਜ਼ਰਾਂ ਦੇ ਨਾਲ ਤੱਕਿਆ, ਕਿਹੋ ਜਿਹਾ ਹੁੰਦਾ ਹੁਕਮ। ਗੁਰਦੇਵ ਨੇ ਜ਼ਿਕਰ ਕੀਤਾ ਕਿ ਹੁਕਮ ਦੇ ਵਿੱਚ ਕਿੰਨੀ ਤੀਵਰਤਾ ਹੈ, ਕੀ ਉਹਦਾ ਰੂਪ ਹੈ। ਗੁਰਦੇਵ ਬਚਨ ਕਰਦੇ ਨੇ, ਉਹ ਅਕਾਲ ਪੁਰਖ ਵਾਹਿਗੁਰੂ ਅੱਖ ਦੇ ਫੋਰ ਵਿੱਚ ਹਰਨ ਭਰਨ ਜਾਕਾ ਨੇਤਰ ਫੋਰ, ਤਿਸ ਕਾ ਮੰਤਰ ਨਾ ਜਾਣਾ ਹੋਰ। ਹਰਨ ਹਰ ਲੈਂਦਾ ਹੈ, ਖਤਮ ਕਰ ਦਿੰਦਾ ਹੈ, ਭਰਨ ਭਰ ਦਿੰਦਾ ਹੈ, ਬਣਾ ਦਿੰਦਾ ਹੈ, ਸ੍ਰਿਸ਼ਟੀ ਨੂੰ ਰਚ ਦਿੰਦਾ ਹੈ। ਕਿੰਨੀ ਦੇਰ ਵਿੱਚ? ਜਾਕਾ ਨੇਤਰ ਫੋਰ, ਪਲਕ ਝਪਕਣ ਜਿੰਨੇ ਸਮੇਂ ਦੇ ਵਿੱਚ ਸ੍ਰਿਸ਼ਟੀ ਦੀ ਰਚਨਾ ਕਰ ਦਿੰਦਾ ਹੈ। ਤੇ ਪਲਕ ਝਪਕਣ ਜਿੰਨੇ ਸਮੇਂ ਦੇ ਵਿੱਚ ਸ੍ਰਿਸ਼ਟੀ ਨੂੰ ਖਤਮ ਕਰ ਦਿੰਦਾ ਹੈ। ਪਰ ਇਹ ਹੁਕਮ, ਇਹ ਮੰਤਰ, ਇਸ ਦਾ ਮੰਤਰ ਨਾ ਜਾਣੈ ਹੋਰ। ਇਹ ਉਸ ਦਾ ਹੁਕਮ, ਇਹ ਮੰਤਰ, ਇਹ ਉਸ ਦਾ ਜੋ ਤਰੀਕਾ ਹੈ, ਹੋਰ ਕੋਈ ਜਾਣਦਾ ਨਹੀਂ। ਪਰ ਇਹ ਹੁਕਮ ਲਾਗੂ ਸਭ ਤੇ ਜਾਣ ਨਹੀਂ ਸਕਦਾ ਕਿ ਕਿਸ ਤਰ੍ਹਾਂ ਨਦੀਆਂ ਵਿੱਚ ਟਿੱਬੇ ਦੀ ਖੱਲੇ ਥਲੀ ਕਰੇ ਅਸਗਾਹ। ਨਦੀਆਂ ਦੇ ਵਿੱਚ ਪਲਕ ਝਪਕਣ ਜਿੰਨੇ ਸਮੇਂ ਵਿੱਚ ਪਹਾੜ ਖੜੇ ਕਰ ਦਿੰਦਾ ਹੈ। ਕੀੜਾ ਮਾਰ ਕਰੇ ਪਾਤਸ਼ਾਹੀ। ਜਿਹੜੇ ਗਰੀਬ ਹੁੰਦੇ ਨੇ, ਨਿਮਾਣੇ ਹੁੰਦੇ ਨੇ, ਜਿਨ੍ਹਾਂ ਨੂੰ ਇੱਕ ਟੁੱਕ ਰੋਟੀ, ਉਹਨਾਂ ਨੂੰ ਪਾਤਸ਼ਾਹ ਬਣਾ ਦਿੰਦਾ ਹੈ ਤੇ ਬਾਦਸ਼ਾਹੀਆਂ ਬਖਸ਼ਿਸ਼ ਕਰ ਦਿੰਦਾ ਹੈ ਆਪਣੇ ਹੁਕਮ ਦੇ ਅੰਦਰ। ਉਹ ਮਾਲਕ, ਉਸ ਮਾਲਕ ਦਾ ਹੁਕਮ ਇਹੋ ਜਿਹਾ ਹੈ। ਤੇ ਗੁਰਦੇਵ ਬਚਨ ਕਰਦੇ ਨੇ, ਹੁਕਮੀ ਹੋਵਨ ਆਕਾਰ। ਆਕਾਰ ਜੋ ਕੁਝ ਵੀ ਸ੍ਰਿਸ਼ਟੀ ਆਕਾਰ ਰੂਪ ਹੈ, ਉਸ ਵਾਹਿਗੁਰੂ ਦੇ ਹੁਕਮ ਵਿੱਚ ਬਣਿਆ, ਉਸ ਵਾਹਿਗੁਰੂ ਦੇ ਹੁਕਮ ਵਿੱਚ। ਹੁਕਮ ਤੋਂ ਬਾਹਰ ਨਹੀਂ। ਚੰਦਰਮਾ, ਸੂਰਜ, ਪੌਣ, ਪਾਣੀ, ਬੈਸੰਤਰ ਸਭ ਕੁਝ ਵਾਹਿਗੁਰੂ ਨੇ ਆਪਣੇ ਹੁਕਮ ਵਿੱਚ ਰੱਖਿਆ ਹੋਇਆ, ਹੁਕਮ ਵਿੱਚ ਬਣਾਇਆ ਹੈ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹੇ ਜਾਈ। ਹੁਕਮ ਕਿਹਾ ਨਹੀਂ ਜਾ ਸਕਦਾ ਕਿ ਹੁਕਮ ਦਾ ਰੂਪ ਕੀ ਹੁੰਦਾ ਹੈ। ਹੁਕਮ ਨੂੰ ਮੰਨਿਆ ਜਾ ਸਕਦਾ। ਛੋਟੇ ਸਾਹਿਬਜ਼ਾਦਿਆਂ ਨੇ ਹੁਕਮ ਮੰਨਿਆ, ਹੁਕਮ ਮੰਨਿਆ ਕਿ ਹੁਕਮ ਉਸ ਮਾਲਕ ਦਾ ਇਹ ਹੈ। ਤੇ ਮਾਲਕਾ, ਤੂੰ ਹੁਕਮ ਮਨਾਉਣ ਵਾਲਾ, ਜੇ ਆਪ ਦੀਵਾਰ ਦੇ ਰੂਪ ਵਿੱਚ ਖੜਾ ਹੈ, ਦੀਵਾਰ ਦੇ ਵਿੱਚ ਖੜਾ ਹੈ, ਜੇ ਜ਼ਰਰੇ ਜ਼ਰਰੇ ਵਿੱਚ ਤੇਰਾ ਹੁਕਮ ਹੈ, ਤੇਰੀ ਰਜ਼ਾ ਹੈ, ਤੇਰਾ ਭਾਣਾ ਹੈ, ਤੇਰੀ ਜੋਤ ਹੈ, ਤੇ ਇਸ ਦੀਵਾਰ ਦੇ ਵਿੱਚ ਵੀ ਤੂੰ ਆਪ ਹੈ। ਸਾਨੂੰ ਦੀਵਾਰ ਵਿੱਚ ਖੜੇ ਹੋਣ ਲੱਗਿਆ ਹੁਣ ਕੋਈ ਗੁਰੇਜ਼ ਨਹੀਂ ਹੋਏਗੀ, ਕੋਈ ਦੁੱਖ ਨਹੀਂ ਹੋਏਗਾ, ਕਿਉਂਕਿ ਹੁਕਮ ਮੰਨ ਲਿਆ, ਰਿਸ਼ਤਾ ਗੰਢ ਲਿਆ ਨਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ। ਇਹ ਸਾਰੇ ਦਰਦਾਂ ਤੋਂ ਮੁਕਤ ਹੋ ਗਏ, ਸਰੀਰ ਦੇ ਦੁੱਖ ਤੋਂ ਮੁਕਤ ਹੋ ਗਏ। ਜਿਨ੍ਹਾਂ ਨੇ ਹੁਕਮ ਮੰਨ ਲਿਆ, ਉਹਨਾਂ ਨੂੰ ਸਰੀਰਕ ਦੁੱਖ ਨਹੀਂ ਲੱਗਦਾ, ਸਰੀਰਕ ਦੁੱਖ ਨਹੀਂ ਲੱਗਦਾ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਹੁਕਮੀ ਹੋਵਨ ਜੀ, ਹੁਕਮ ਦੇ ਵਿੱਚ ਹੀ ਇਹ ਜੀਵਾਂ ਦੀ ਪੈਦਾਇਸ਼ ਹੈ। ਹੁਕਮ ਮਿਲੇ ਵਡਿਆਈ। ਇਹ ਵਡਿਆਈਆਂ ਜਿਹੜੀਆਂ ਮਿਲਦੀਆਂ ਨੇ ਸਾਨੂੰ, ਇਹ ਵੀ ਹੁਕਮ ਦੇ ਨਾਲ ਹੀ ਮਿਲਦੀਆਂ ਨੇ, ਉਸ ਮਾਲਕ ਦੇ ਹੁਕਮ ਦੇ ਨਾਲ ਮਿਲਦੀਆਂ ਨੇ। ਹੁਕਮੀ ਉੱਤਮ ਨੀਚ, ਉਸ ਵਾਹਿਗੁਰੂ ਦੇ ਹੁਕਮ ਵਿੱਚ ਕਈ ਜੀਵ ਬੜੇ ਉੱਤਮ ਹੁੰਦੇ ਨੇ, ਬੜੇ ਗਿਆਨਵਾਨ ਹੁੰਦੇ ਨੇ, ਧਨਵਾਨ ਹੁੰਦਿਆਂ ਹੋਇਆ ਵੀ ਗਿਆਨ ਰੱਖਦੇ ਨੇ। ਉੱਤਮ ਭਗਤ ਵੱਡਾ ਰਾਜਾ ਜਨਕ ਹੈ। ਭਗਤ ਵੱਡਾ ਭਾਈ ਗੁਰਦਾਸ ਜੀ ਰਾਜਾ ਜਨਕ ਹੈ। ਹੁਣ ਕਮਾਲ ਦੀ ਗੱਲ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿੰਨੇ ਭਗਤ ਬੈਠੇ ਨੇ, ਕੀ ਉਹ ਛੋਟੇ ਨੇ? ਸਵਾਲ ਪੈਦਾ ਹੁੰਦਾ ਹੈ। ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਕਿਹਾ ਹੈ, ਭਗਤ ਵੱਡਾ ਰਾਜਾ ਜਨਕ ਹੈ। ਤੇ ਬਾਕੀ ਭਗਤ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਨੇ, ਜੋ ਭਗਤ ਕਬੀਰ,
रविदास, नामदेव, धन्ना, सदना, नामदेव, पीपा, बाबा फरीद, ये छोटे भगत ने। सुनियो जरा, हुक्मी उत्तम भगत वड्डा राजा जनक इस करके है कि अगली पंक्ति विच दस दिता है, गुरमुख माया विच उदासी। ओ राजा सी, बहुत वड्डा राजा सी, धनवान सी, हर एक वस्तु सी ओदे कोल, पर सब कुछ होंदियां होया भी परमात्मा दी भगती च लीन रहिंदा सी। इस करके भगत वड्डा राजा जनक। कहदा मतलब ये नहीं है कि गुरु ग्रंथ साहिब जी दे विच जिन्नी बाणी भगतां दी है वो भगत छोटे ने, वो भी बड़े ने मन करके। ते गुरुदेव बचन कर रहे ने, हुक्मे उत्तम, उस वाहिगुरू दे हुक्म दे विच चलण वाले भगत राजे, जड़े राजे होंदियां होया भी मालक दी रजा विच ने, उत्तम। कई ऐसे भी ने हुक्मी उत्तम नीच, कई ऐसे ने कि बड़ा नीवा जीवन बतीत करते ने, नीवे विचार होंदे ने, नीवे तल दे विचार होंदे ने। ये भी हुक्म विच है, हुक्मी उत्तम नीच, हुक्म लिख दुख सुख पाइए। जिन्ने भी साडे शरीर नूं आत्मा नूं दुख लगदे ने, ये सब हुक्म दे विच है। जेकर असी रिश्ता उस मालक दे नाल जोड़ लिया ते असी हुक्म नूं मिठा करके मन्नांगे, जे ना जोड़िया ते ओही साडे वास्ते दुखदाई हो जांदा है। हुक्मे उत्तम नीच, हुक्म लिख दुख सुख पाइए। एक ना हुक्मी बख्शीश, एक ऐसे भी जीव ने जिन्हां दे उत्ते ओदी रहमत बरसदी है, दिन रात तरक्की करते ने, अमृत वेले भी आउंदे ने, संध्या समय भी अपने मालक दा शुकराना करते ने। पर उन्हां दी जिंदगी इहो जी आंदी है, उठत बैठत सोवत ध्याइया, मार्ग चलत हरे हर गाइया। एक ना हुक्मी बख्शीश, एक हुक्म ही सदा भवाई है। कई जीव ऐसे भी ने कि अपने कर्मा करके, माड़े कर्मा करके वो जड़े ने जन्म मरण दे विच भौंदे रहंदे ने, चक्कर कटदे रहंदे ने। एक हुक्म ही सदा भवाई है, हुक्म दे विच चक्कर कटदे रहंदे ने। गुरुदेव बचन करते ने, हुक्म अंदर सब को बाहर हुक्म ना कोए, नानक हुक्म जे बुझे। जे हुक्म बुझ लिया कि मेरे लिए यही हुक्म है कि तत्ती तवी ते बैठना है, हुक्म अदूली ना करे, बैठ गए गुरु अर्जन देव महाराज पातशाह जी। ज्यों ज्यों तेरा हुक्म तिवै त्यों होवना, जय जय रखे आ जाए खड़ोवना। नानक हुक्म जे बुझे, जिन्हें हुक्म बुझ लिया, हुक्म बुझ लिया, ओदी हौमै खत्म हो गई। हौमै जाई तां कंत समाई, हौमै गई ते असीं अपने गुरु दे नाल जुड़ गए ते फिर हुक्म नूं मिठा करके मनना शुरू कर दिता। मिठा लगे तेरा भाणा। बड़े प्यार श्रद्धा दे नाल आओ जुड़ो। हुक्म अंदर सब को बाहर हुक्म न कोए, बाहर हुक्म न कोए, बाहर हुक्म न कोए, बाहर हुक्म न कोए। नानक हुक्म